सौ भले अपने रब का शुक्र करिए। ऐसा रब जिहड़ा बोलदा है, गल्लां करदा है ते सानू उस दियां गल्लां नूं सुणन दा मौका मिलदा है। ते जेकर मौका मिलदा है ते आओ फिर उहदियां गल्लां दे विचों बड़े ध्यान नाल तवज्जो नाल खुदावंद दे कलाम दे विचों सुण लईए, सिੱਖ लईए। यशायाह नबी दे सीफे नूं जिस वेले असीं ਵੇਖਨੇ ਹਾਂ ਤੇ ਉਸ ਦਾ 45 ਬਾਬ ਤੇ 9 ਐਚ ਲਿਖਿਆ, ਅਫਸੋਸ ਉਸ ਬੰਦੇ ਦੇ ਉੱਤੇ ਜਿਹੜਾ ਆਪਣੇ ਖਾਲਕ ਦੇ ਨਾਲ ਝਗੜਨ ਡਿਆ। ਖਾਲਕ ਦੇ ਨਾਲ, ਜਿਸ ਨੇ ਉਹਨੂੰ ਖਲਕ ਕੀਤਾ, ਉਹਦੇ ਨਾਲ ਝਗੜਦਾ ਹੈ। ਠੀਕਰਾ ਤੇ ਜ਼ਮੀਨ ਦੇ ਠੀਕਰਿਆਂ ਦੇ ਵਿੱਚੋਂ ਹੈ। ਕਿਆ ਮੱਟੀ ਦਾ ਘਮਾਰ ਉੱਤੇ ਇਖਤਿਆਰ ਹੋ ਸਕਦਾ? ਮੱਟੀ ਦਾ ਘਮਾਰ ਉੱਤੇ ਇਖਤਿਆਰ ਹੋ ਸਕਦਾ? ਨਹੀਂ, ਉੱਤੇ ਮਿੱਟੀ, ਕਿਉਂਕਿ ਉਹਦੇ ਹੱਥ ਦੇ ਵਿੱਚ ਵਾ। ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ, ਨਬੀ ਨੂੰ ਆਖਿਆ ਘਮਾਰ ਦੇ ਘਰ ਜਾ, ਤੇ ਉਹ ਚਲਾ ਗਿਆ। ਤੇ ਘਮਾਰ ਹੁਣ ਬਰਤਨ ਬਣਾਉਣ ਡਿਆ ਸੀਗਾ, ਤੇ ਜਿਸ ਵੇਲੇ ਬਰਤਨ ਬਣਾਉਣ ਡਿਆ ਸੀ, ਤੇ ਜਿਸ ਬਰਤਨ ਨੂੰ ਉਹ ਬਣਾਉਣ ਡਿਆ ਸੀਗਾ, ਉਹ ਉਹਦੇ ਹੱਥ ਦੇ ਵਿੱਚੋਂ ਵਿਗੜ ਗਿਆ। ਉਹਨੇ ਉਹਦੇ ਨਾਲ ਦੂਸਰਾ ਬਰਤਨ ਬਣਾਤਾ, ਦੂਸਰੀ ਕੋਈ ਚੀਜ਼ ਬਣਾਤੀ। ਇਸੇ ਤਰ੍ਹਾਂ ਹੀ ਯਰਮੀਆ 18 ਬਾਬ ਜਿਸ ਵੇਲੇ 5 ਐਤ ਤੋਂ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ, ਖੁਦਾਵੰਦ ਦਾ ਕਲਾਮ ਮੇਰੇ ਤੇ ਨਾਜ਼ਲ ਹੋਇਆ ਕਿ ਐ ਇਸਰਾਇਲ ਦੇ ਘਰਾਣੇ, ਕਿਆ ਮੈਂ ਘਮਾਰ ਦੀ ਤਰ੍ਹਾਂ ਇਹਨਾਂ ਨਾਲ ਸਲੂਕ ਨਹੀਂ ਕਰ ਸਕਦਾ? ਕਿਆ ਮੈਂ ਘਮਾਰ ਦੀ ਤਰ੍ਹਾਂ ਇਹਨਾਂ ਦੇ ਨਾਲ ਸਲੂਕ ਨਹੀਂ ਕਰ ਸਕਦਾ? ਕਿਉਂਕਿ 18 ਬਾਪ ਨੂੰ ਪੜ੍ਹੋ ਨਾ, ਤੇ ਯਰਮੀਆ ਨੂੰ ਆਖਿਆ ਹੈ, ਉੱਠ ਘਮਾਰ ਦੇ ਘਰ ਜਾ, ਉੱਠ ਘਮਾਰ ਦੇ ਘਰ ਜਾ, ਤੇ ਮੈਂ ਉੱਥੇ ਤੈਨੂੰ ਗੱਲਾਂ ਸੁਣਾਵਾਂਗਾ, ਸਮਝਾਵਾਂਗਾ। ਤੇ ਜਦੋਂ ਮੈਂ ਘਮਾਰ ਦੇ ਘਰ ਗਿਆ ਤੇ ਕਿਹਾ, ਕੀ ਵੇਖਣਾ ਕਿ ਚਾਕ ਉੱਤੇ ਉਹਨੇ ਮਿੱਟੀ ਰੱਖੀ ਹੋਈ ਏ ਤੇ ਕੁਝ ਬਣਾ ਰਿਹਾ। ਤੇ ਉਸ ਵੇਲੇ ਜਿਸ ਬਰਤਨ ਨੂੰ ਉਹ ਬਣਾ ਰਿਹਾ ਸੀਗਾ, ਉਹ ਉਹਦੇ ਹੱਥ ਦੇ ਵਿੱਚੋਂ ਵਿਗੜ ਗਿਆ, ਤੇ ਉਸਨੇ ਜਿਸ ਤਰ੍ਹਾਂ ਮਨਾਸਬ ਜਾਣਿਆ ਦੂਸਰਾ ਬਰਤਨ ਬਣਾ ਦਿੱਤਾ। ਫਿਰ ਖੁਦਾਵੰਦ ਦਾ ਕਲਾਮ ਮੇਰੇ ਤੇ ਨਾਜ਼ਲ ਹੋਇਆ ਕਿ ਇਸਰਾਇਲ ਦੇ ਘਰਾਣੇ ਨੂੰ ਕਹਿ, ਮੈਂ ਉਸ ਘਮਾਰ ਦੀ ਤਰ੍ਹਾਂ ਹੈ ਜਿਸ ਨੇ ਚਾਹਿਆ ਤੇ ਬਰਤਨ ਬਣਾਉਂਦੇ ਬਣਾਉਂਦੇ ਨੇ ਦੂਸਰਾ ਬਣਾਤਾ। ਸੋ ਭਲੇ ਮਾਲਕ ਦਾ ਸ਼ੁਕਰ ਕਰੀਏ ਕਿ ਉਸਨੇ ਸਾਨੂੰ ਇਨਸਾਨ ਬਣਾਇਆ ਹੈ ਤੇ ਮਿੱਟੀ ਨਾਲ ਬਣਾਇਆ ਹੈ, ਤੇ ਉਸੇ ਮਿੱਟੀ ਦੇ ਨਾਲ ਉਹ ਚਾਹੁੰਦਾ ਸੀ ਹੋਰ ਬਰਤਨ, ਯਾਨੀ ਹੋਰ ਕੋਈ ਚੀਜ਼ ਵੀ ਅਸੀਂ ਬਣ ਸਕਦੇ ਸੀ। ਸਿਰਫ ਇਨਸਾਨ ਹੀ ਨਹੀਂ, ਉਹਨੇ ਹਰ ਚੀਜ਼ ਨੂੰ ਬਣਾਇਆ। ਤੇ ਸ਼ੁਕਰ ਕਰੀਏ ਕਿ ਉਸਨੇ ਸਾਨੂੰ ਇਨਸਾਨ ਬਣਾਇਆ ਤੇ ਆਪਣੀ ਫੇਸ਼ਬੀਹ ਤੇ ਬਣਾਇਆ, ਤੇ ਅਸੀਂ ਉਹਦੇ ਨਾਲ ਝਗੜਦੇ ਪਏ ਹਾਂ, ਝਗੜਦੇ ਪਏ। ਹਾਲਾਂਕਿ ਖੁਦਾਵੰਦ ਦੇ ਕਲਾਮ ਨੂੰ ਜਿਸ ਵੇਲੇ ਪੜ੍ਹਿਆ ਜਾਵੇ ਤੇ ਬਾਈਬਲ ਦੇ ਵਿੱਚ ਲਿਖਿਆ ਮਿਲਦਾ ਹੈ, ਇਹਨਾਂ ਬਰਤਨਾਂ ਦੇ ਵਿੱਚ ਜਿਹੜਾ ਖਜ਼ਾਨਾ ਰੱਖਿਆ ਹੈ, ਦੂਸਰਾ ਕਰੰਥੀਓ 4 ਬਾਬ, ਦੂਸਰਾ ਕਰੰਥੀਓ 4 ਬਾਬ ਤੇ ਉਹਦੀ ਪਹਿਲੀ ਐਤ ਤੋਂ ਪੜ੍ਹੀਏ ਤੇ ਲਿਖਿਆ, ਸਾਡੇ ਤੇ ਐਸਾ ਰਹਿਮ ਹੋਇਆ ਕਿ ਸਾਨੂੰ ਖਿਦਮਤ ਮਿਲ ਗਈ ਤੇ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਅਸੀਂ ਸ਼ਰਮ ਦੀਆਂ ਗੱਲਾਂ ਨੂੰ ਤਰਕ ਕਰ ਦਿੱਤਾ ਹੈ।
ਅਸੀਂ ਸ਼ਰਮ ਦੀਆਂ ਗੱਲਾਂ ਨੂੰ ਤਰਕ ਕਰ ਦਿੱਤਾ ਏ ਤੇ ਮਕਾਰੀ ਦੀ ਚਾਲ ਨਹੀਂ ਚੱਲਦੇ ਤੇ ਨਾ ਖੁਦਾ ਦੇ ਕਲਾਮ 'ਚ ਅਮੇਜ਼ਿਸ਼ ਕਰਦੇ ਆ, ਬਲਕਿ ਹੱਕ ਜ਼ਾਹਰ ਕਰਕੇ ਖੁਦਾ ਦੇ ਰੂਬਰੂ ਹਰ ਬੰਦੇ ਦੇ ਦਿਲ ਵਿੱਚ ਆਪਣੀ ਨੇਕੀ ਬਿਠਾਉਨੇ ਵਾਂ। ਤੇ 7 ਐਤ ਦੇ ਵਿੱਚ ਲਿਖਿਆ ਮਿਲਦਾ ਹੈ, ਸਾਡੇ ਕੋਲ ਇਹ ਖਜ਼ਾਨਾ ਮਿੱਟੀ ਦੇ ਬਰਤਨਾਂ ਦੇ ਵਿੱਚ ਰੱਖਿਆ ਹੋਇਆ ਹੈ। ਅਸੀਂ ਮਿੱਟੀ ਦੇ ਬਰਤਨ, ਤੇ ਜੇਕਰ ਮਿੱਟੀ ਦੇ ਬਰਤਨ ਨੇ ਤੇ ਖਜ਼ਾਨਾ ਉਹਦਾ ਯਾਨੀ ਉਹਦੀਆਂ ਗੱਲਾਂ ਮਿੱਟੀ ਦੇ ਬਰਤਨਾਂ 'ਚ ਰੱਖੀਆਂ ਹੋਈਆਂ ਨੇ। ਹਾਲਾਂਕਿ ਇਸੇ ਮਿੱਟੀ ਤੋਂ ਹੋਰ ਚੀਜ਼ ਵੀ ਕੋਈ ਬਣ ਸਕਦੀ ਸੀ, ਲੇਕਿਨ ਮਿੱਟੀ ਉਹਦੇ ਨਾਲ ਝਗੜਦੀ ਪਈ ਹੈ। ਰੋਮੀਓ 9 ਬਾਬ ਤੇ ਉਸ ਦੀ ਜਿਸ ਲਈ ਅਸੀਂ 20 ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ, ਇਨਸਾਨ ਭਲਾ ਤੂੰ ਕੌਣ ਹੈ ਜਿਹੜਾ ਖੁਦਾ ਦੇ ਸਾਹਮਣੇ ਜਵਾਬ ਦਿੰਦਾ ਹੈ। ਰਸੂਲ ਕਹਿੰਦਾ, ਤੂੰ ਹੈ ਕੌਣ ਹੈ ਜਿਹੜਾ ਖੁਦਾ ਦੇ ਸਾਹਮਣੇ ਜਵਾਬ ਦਿੰਦਾ ਵਾ? ਕਿਆ ਬਣੀ ਹੋਈ ਚੀਜ਼ ਬਣਾਈ ਹੋਈ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਕਿਉਂ ਇਹੋ ਜਿਹਾ ਬਣਾਇਆ? ਕਿਆ ਕੁਮਹਾਰ ਨੂੰ ਮੱਟੀ ਉੱਤੇ ਇਖਤਿਆਰ ਨਹੀਂ ਕਿ ਇੱਕ ਹੀ ਲੌਂਦੇ ਦੇ ਨਾਲ ਇੱਜ਼ਤ ਦਾ ਬਰਤਨ ਬਣਾਵੇ ਤੇ ਦੂਸਰਾ ਬੇਇੱਜ਼ਤੀ ਦਾ? ਕਿਆ ਤਜਬ ਹੈ ਕਿ ਅਗਰ ਖੁਦਾ ਆਪਣਾ ਗਜ਼ਬ ਜ਼ਾਹਰ ਕਰਨ ਲਈ ਤੇ ਆਪਣੀ ਕੁਦਰਤ ਆਸ਼ਕਾਰਾ ਕਰਨ ਲਈ ਇਰਾਦੇ ਦੇ ਨਾਲ ਗਜ਼ਬ ਦੇ ਬਰਤਨਾਂ ਦੇ ਨਾਲ ਜਿਹੜੇ ਹਲਾਕਤ ਲਈ ਤਿਆਰ ਕੀਤੇ ਨੇ, ਨਹਾਇਤ ਤਹੱਮਲ ਦੇ ਨਾਲ ਪੇਸ਼ ਆਇਆ ਏ ਕਿ ਜਿਹੜੇ ਉਹਨੇ ਬਰਤਨ ਹਲਾਕ ਕਰਨੇ ਸੀ, ਤਬਾਹ ਕਰਨੇ ਸੀ, ਉਹ ਹਾਲੇ ਤੱਕ ਉਹਨੇ ਤਬਾਹ ਨਹੀਂ ਕੀਤੇ। ਤੇ ਕਿਉਂ ਨਹੀਂ ਕੀਤੇ ਬਈ? ਕਿਉਂਕਿ ਲਿਖਿਆ ਇਹ ਇਸ ਲਈ ਹੋਇਆ ਕਿ ਆਪਣੇ ਜਲਾਲ ਦੀ ਦੌਲਤ ਜਿਹੜੀ ਉਸਨੇ ਰਹਿਮ ਤੇ ਬਰਤਨਾਂ ਦੇ ਵਿੱਚ ਰੱਖੀ ਹੋਈ ਹੈ, ਰਹਿਮ ਦੇ ਬਰਤਨਾਂ 'ਚ ਰੱਖੀ ਹੋਈ ਹੈ, ਉਹਨਾਂ ਬਰਤਨਾਂ ਦੇ ਵਿੱਚੋਂ ਦਿਖਾਵੇ ਜਿਹੜੇ ਉਸਨੇ ਜਲਾਲ ਲਈ ਪਹਿਲੇ ਤਿਆਰ ਕੀਤੇ ਸੀ। ਤੇ ਸ਼ੁਕਰ ਕਰੀਏ ਕਿ ਸਾਡੇ ਅੰਦਰ ਖਜ਼ਾਨਾ ਜਿਹੜਾ ਹੈ, ਜਿਹਦੇ ਨਾਲ ਅਸੀਂ ਨੂਰ ਬਣਦੇ ਪਏ ਹਾਂ। ਕਿਉਂਕਿ ਰਸੂਲਾਂ ਦੇ ਮਾਲ 13 ਬਾਬ 47 ਵਿੱਚ ਲਿਖਿਆ, ਉਸ ਨੇ ਸਾਨੂੰ ਦੁਨੀਆ ਵਿੱਚ ਨੂਰ ਮੁਕਰਰ ਕਰ ਦਿੱਤਾ ਹੈ ਤਾਂ ਕਿ ਸਾਡੇ ਵਸੀਲੇ ਖੁਦਾ ਦਾ ਜਲਾਲ ਦੁਨੀਆ ਤੱਕ ਪਹੁੰਚੇ। ਸਾਨੂੰ ਤਾਂ ਰੱਬ ਵਸੀਲਾ ਬਣਾਉਂਦਾ ਪਿਆ ਹੈ, ਸਾਨੂੰ ਤਾਂ ਐਸਾ ਜ਼ਰੀਆ ਬਣਾਉਂਦਾ ਪਿਆ ਹੈ ਕਿ ਸਾਡੇ ਵਿੱਚੋਂ ਆਪਣੀ ਦੌਲਤ ਦਿਖਾਵੇ ਤੇ ਗਜ਼ਬ ਦੇ ਹਲਾਕਤਾਂ ਦੇ ਵਿੱਚ ਉਹ ਦੌਲਤ ਜਾਵੇ ਤੇ ਉਹ ਵੀ ਬਚ ਜਾਣ। ਲੇਕਿਨ ਅਫਸੋਸ ਕਿ ਅਸੀਂ ਖਾਲਕ ਨਾਲ ਝਗੜਨ ਡਏ। ਹਾਲਾਂਕਿ ਖੁਦਾ ਦੇ ਕਲਾਮ ਦੇ ਵਿੱਚ ਜਿਸ ਲਈ ਯਰਮੀਆ ਨਬੀ ਦੇ ਸੀਫੇ ਨੂੰ ਪੜ੍ਹਿਆ ਜਾਂਦਾ ਹੈ ਤੇ ਲਿਖਿਆ ਮਿਲਦਾ ਹੈ ਕਿ ਖੁਦਾ ਨੇ ਸਮੁੰਦਰ ਬਣਾਇਆ ਹੈ। ਖੁਦਾ ਨੇ ਸਮੁੰਦਰ ਬਣਾਇਆ ਹੈ, 5 ਬਾਬ 20 ਐਤ ਤੋਂ ਪੜ੍ਹ ਲਓ। ਤੇ ਉਹ ਸਮੁੰਦਰ ਦੀ ਉਹਨੇ ਹੱਦ ਬਣਾਤੀ ਹੈ ਕਿ ਇੱਥੇ ਤੱਕ ਕਾਇਮ ਰਹਿਣਾ, ਅੱਗੇ ਨਹੀਂ ਉਹ ਵਧਣਾ। ਹਰ ਚੰਦ ਉਹਦੀਆਂ ਲਹਿਰਾਂ ਉਛਲਦੀਆਂ ਤੇ ਬਹਿੰਦੀਆਂ ਏ ਤੇ ਇਸ ਤਰ੍ਹਾਂ ਉਹਦੀਆਂ ਵੀ ਤਬਾਹ ਕਰ ਦੇਣਗੀਆਂ। ਪਰ ਜਿੱਥੇ ਤੱਕ ਉਹਦੀ ਹੱਦ ਖੁਦਾ ਨੇ ਮੁਕਰਰ ਕਰ ਦਿੱਤੀ ਏ, ਉਹਦੇ ਤੋਂ ਉਹ ਤਜਾਵਜ਼ ਨਹੀਂ ਕਰਦੀ। ਅਫਸੋਸ
ਕਿ ਅਸੀਂ ਹੱਦ ਨੂੰ ਹੀ ਤਜਾਵਜ਼ ਕਰ ਜਾਂਦੇ ਹਾਂ। ਹਾਲਾਂਕਿ ਦੂਸਰਾ ਕਰੰਥੀਓ 2 ਬਾਬ 17 ਆਇਤ ਦੇ ਵਿੱਚ ਲਿਖਿਆ ਹੈ, ਅਸੀਂ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ ਖੁਦਾ ਨੂੰ ਹਾਜ਼ਰ ਜਾਣ ਕੇ ਤੇ ਮਸੀਹ 'ਚ ਬੋਲਨੇ ਆ, ਕਿਉਂਕਿ ਖਜ਼ਾਨਾ ਤੇ ਉਹਦਾ ਹੈ। ਤੇ ਸਾਡੀ ਕਿਹੜੀ ਲਿਆਕਤ ਵੀ ਅਸੀਂ ਆਪਣਾ ਖਜ਼ਾਨਾ ਦਿਖਾਈਏ? ਤੇ ਜੇਕਰ ਉਹਦਾ ਖਜ਼ਾਨਾ ਹੈ ਤੇ ਫਿਰ ਉਹਦਾ ਖਜ਼ਾਨਾ ਦਿਖਾਈਏ। ਤੇ ਜਦੋਂ ਅਸੀਂ ਆਪਣੇ ਖਜ਼ਾਨੇ ਦਿਖਾਉਂਦੇ ਨਾ, ਜਿਸ ਤਰ੍ਹਾਂ ਜ਼ਬੂਰ 74 ਤੇ 4 ਚ ਲਿਖਿਆ ਹੈ, ਤੇਰੇ ਮਜਮੇ 'ਚ ਤੇਰੇ ਮੁਖਾਲਫ ਗਰਜਦੇ ਨੇ ਤੇ ਨਿਸ਼ਾਨ ਲਈ ਉਹਨਾਂ ਨੇ ਆਪਣੇ ਝੰਡੇ ਖੜੇ ਕਰ ਲਏ। ਉਹ ਬਣਾਉਣ ਵਾਲੇ ਸਾਹਮਣੇ ਖੜੇ ਹੋ ਗਏ ਮੁਕਾਬਲੇ ਲਈ, ਆਪਣਾ ਝੰਡਾ। ਲੇਕਿਨ ਖੁਦਾ ਦਾ ਬੰਦਾ ਦਾਊਦ ਜ਼ਬੂਰ 20 ਤੇ ਉਹਦੀ 5 ਚ ਕਹਿੰਦਾ, ਮੈਂ ਤੇਰੀ ਨਿਜਾਤ ਉੱਤੇ ਸ਼ਾਦਿਆਨਾ ਵਜਾਵਾਂਗਾ ਤੇ ਮੈਂ ਤੇਰਾ ਝੰਡਾ, ਕਹਿੰਦਾ ਮੈਂ ਤੇਰਾ ਝੰਡਾ ਖੜਾ ਕਰਾਂਗਾ, ਤੇਰਾ। ਤੇ ਆਓ ਜਿਹੜੇ ਝਗੜਦੇ ਨੇ, ਅੱਜ ਉਹਨਾਂ ਨੂੰ ਮੌਕਾ ਹੈ ਕਿ ਖੁਦਾਵੰਦ ਅਸੀਂ ਐਵੇਂ ਝਗੜਦੇ ਨੇ, ਅਸੀਂ ਤਾਂ ਮਿੱਟੀ ਹੈ। ਤੂੰ ਸਾਨੂੰ ਚਾਹੁੰਦਾ ਤੇ ਜੋ ਕੁਝ ਮਰਜ਼ੀ ਬਣਾ ਸਕਦਾ ਸੀ, ਲੇਕਿਨ ਤੂੰ ਸਾਨੂੰ ਆਪਣੀ ਸ਼ਬੀਹ ਤੇ ਬਣਾਇਆ ਤੇ ਤੇਰੇ ਨਾਲ ਝਗੜਦੇ ਆ, ਤੇਰੇ ਕਲਾਮ ਨੂੰ ਨਫੀ ਕਰਨੇ ਆ, ਤੇਰੇ ਤੋਂ ਉੱਤਮ ਬਣਨੇ ਆ। ਹਾਲਾਂਕਿ ਸਮੁੰਦਰ ਜਿਹੜਾ ਏਡਾ ਠਾਠਾ ਮਾਰਦਾ, ਉਹ ਹੱਦ ਨੂੰ ਅਬੂਰ ਨਹੀਂ ਕਰਦਾ, ਤੇ ਅਸੀਂ ਤੇ ਬੜੀਆਂ ਹੱਦਾਂ ਅਬੂਰ ਕੀਤੀਆਂ ਤੇ ਤੇਰੇ ਕਲਾਮ ਨੂੰ ਕੱਟਿਆ। ਅਸੀਂ ਮਾਫੀ ਮੰਗਣੇ ਤੇ ਜਿਹੜਾ ਮਾਫੀ ਮੰਗੇਗਾ, ਲਿਖਿਆ ਹੈ ਉਹਨੂੰ ਮਾਫ ਕਰ ਦੇਗਾ, ਕਿਉਂਕਿ ਕਹਿਰ ਕਰਨ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਣੀ ਹੈ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ। ਤੇਰੇ ਲੋਕ ਤੇਰੇ ਨਾਲ ਝਗੜਨ ਨਾ, ਬਲਕਿ ਖੁਦਾਵੰਦ ਤੇਰੇ ਤਾਬਿਆ ਹੋਣ, ਬੰਦ ਜ਼ੇਨ ਯਿਸੂ ਨਾਂ ਤੋਂ ਖੁੱਲ੍ਹਣ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਜਿਆਂ ਨੂੰ ਸਮਝਾਉਣ ਤੇ ਮਿੱਟੀ ਦੇ ਬਰਤਨਾਂ ਤੇ ਇਹਦੇ ਵਿੱਚੋਂ ਖਜ਼ਾਨਾ ਤੇਰਾ ਦਿਖਾਉਣ। ਬਰਕਤ ਦੇਈ ਤੇ ਆਪਣੇ ਜਲਾਲ ਲਈ ਸੁਣਨ ਵਾਲਿਆਂ ਨੂੰ ਇਸਤੇਮਾਲ ਕਰੀਏ। ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਬਈ ਕਲਾਮ ਨੂੰ ਸ਼ੇਅਰ ਕਰਨਾ, ਲਾਇਕ ਕਰਨਾ, ਬੈਲ ਦਾ ਬਟਨ ਦਬਾਉਣਾ, ਤਾਂ ਕਿ बर वक्त खुदा ਦਾ ਕਲਾਮ ਸਾਡੇ ਤੱਕ ਪਹੁੰਚਦਾ ਰਹੇ।